अस्सलाम वालेकुम दोस्तों। जैसा कि ਤੁਹਾਨੂੰ मालूम है कि ਅੱਜ 2026 ਦੀ ਤਕਸੀਮ ਇਨਾਮਾਤ ਛਾਂਗਾ ਮਾਗਾ ਦੇ ਵਿੱਚ ਉਸ ਸਿਲਸਿਲੇ 'ਚ ਅਸੀਂ ਸਾਰੇ ਭਾਈ ਇਕੱਠੇ ਹੋਏ ਹਾਂ। ਕਬੂਤਰਬਾਜ਼ ਸ਼ੌਕੀਨ ਹਜ਼ਰਾਤ ਹਨ। ਇਹ ਉਸਤਾਦ ਬੀਕੇ ਸਾਹਿਬ ਬੂਰੇ ਵਾਲੇ ਤੋਂ ਤੇ ਉਹ ਸ਼ਹਿਜ਼ਾਦ ਦੁਲਾ ਸ਼ਰੀਫ ਨੇ ਇਹ ਦਰਗਾਣਾ ਵਕਾਰ ਸਾਹਿਬ ਪਾਕਪੁਰ ਸ਼ਰੀਫ ਤੋਂ ਤਸ਼ਰੀਫ ਲਾਏ ਨੇ, ਸਾਡੇ ਖਾਸ ਮਹਿਮਾਨ ਨੇ। ਤੇ ਅੱਜ ਰਾਣਾ ਵਕਾਰ ਸਾਹਿਬ ਦੇ ਨਾਲ ਸਾਡੇ ਕੁਛ ਦਿਲ ਕਰ ਰਿਹਾ ਸੀ ਗੱਪਸ਼ਪ ਕਰਨ ਨੂੰ, ਤੇ ਇਸ ਲਈ ਅਸੀਂ ਰਾਣਾ ਵਕਾਰ ਸਾਹਿਬ ਨੂੰ ਪਾਕ ਪਦਮ ਤੋਂ ਇੱਥੇ ਆਉਣ ਦੀ ਰਹਿਮਤ ਦਿੱਤੀ ਹੈ। ਤੇ ਇਹ ਜਿਹੜਾ ਇਹਨਾਂ ਦੇ ਇਲਾਕੇ ਟੂਰਨਾਮੈਂਟ ਹੋਇਆ ਨਾ ਜੀ, ਉਸ ਟੂਰਨਾਮੈਂਟ ਦੇ ਹਵਾਲੇ ਨਾਲ अस्सलाम वालेकुम राणा वकार साहब की हाल चाल? वालेकुम सलाम जी। राणा वकार साहब पाकपतन शरीफ ਦੇ ਵਿੱਚ ਮਾਸ਼ਾਅੱਲਾ 2 ਐਂਟਰੀਆਂ ਹੁੰਦੀਆਂ ਨੇ ਬਹੁਤ ਕਾਮਯਾਬ, ਚੱਕ ਕੁਬੜਾ ਤੇ ਦੂਸਰਾ ਵਰਸੀ। ਤੇ ਵਰਸੀ ਦੇ ਵਿੱਚ ਆਪਣੇ ਔਰੰਗਜ਼ੇਬ ਸਾਹਿਬ ਨੇ ਉਡਾਈ ਜੀ ਤੇ ਕੁਬੜਾ ਦੇ ਵਿੱਚ ਮੀਆਂ ਸਰਾਰ ਬੋਲ ਰਹੇ ਨੇ, ਅਸਰਾਰ ਬੋਦਲਾ ਸਾਹਿਬ। ਤੇ ਤੁਸੀਂ ਇਹਨਾਂ ਦੋਵਾਂ ਸ਼ਖਸੀਅਤ ਦੇ ਵਿੱਚ ਕਿਹੜੀ ਸ਼ਖਸੀਅਤ ਬਿਹਤਰ ਸਮਝਦੇ ਜਿਹਨੇ ਬਹੁਤ ਅੱਛਾ ਟੂਰਨਾਮੈਂਟ ਕਰਵਾਇਆ? ਇਹ ਜੀ ਚੱਕ ਬੁਗੜਾ 'ਚ ਮੇਰੀ ਜ਼ਾਤੀ ਐਂਟਰੀ ਹੈਗੀ ਸੀ, ਉੱਥੇ ਵੀ ਬਹੁਤ ਅੱਛਾ ਇਨਸਾਫ ਹੋਇਆ, ਬਹੁਤ ਅੱਛਾ ਟੂਰਨਾਮੈਂਟ ਹੋ ਗਿਆ ਜੀ। ਬੜਾ ਉਹਨਾਂ ਨੇ ਵੀ ਖੁੱਲੇ ਨਿਜ਼ਾਮ ਨਾਲ मतलब अच्छा उन्होंने आवाम ਨੂੰ ਵੀ ਪ੍ਰੋਟੋਕਾਲ ਅੱਛਾ ਦਿੱਤਾ ਹੈ, ਬਿਲਕੁਲ ਆਜ਼ਾਦ ਫਿਰਦੇ ਰਹੇ, ਸਾਲਸ ਅੱਛੇ ਹੈਗੇ ਸਨ, ਬਿਹਤਰੀਨ ਇਨਸਾਫ ਕੀਤਾ, ਦੂਸਰਾ ਨਾਲ ਜਾਤੀ ਨਹੀਂ ਕੀਤੀ। ਹਾਂਜੀ ਬਿਲਕੁਲ ਕਿਸੇ ਨਾਲ ਕੋਈ ਜਾਤੀ। ਚਲੋ ਬਹੁਤ ਤੇ ਅੱਛੀ ਚੱਕ ਵਰਸੀਨ ਹੈ ਜੀ, ਉਹਨਾਂ ਨੇ ਮਾਸ਼ਾਅੱਲਾ ਉਹਨਾਂ ਨੇ ਬਹੁਤ ਅੱਛਾ ਟੂਰਨਾਮੈਂਟ ਕਰਵਾਇਆ ਜੀ। 7 ਪੁਆਇੰਟ ਉਹਨਾਂ ਨੇ ਬਿਲਕੁਲ। ਚੱਕ ਵਰਸੀ ਵਾਲੀ ਵੈਸੇ ਵੀ ਟੂਰਨਾਮੈਂਟ ਟੀਮ ਜਿਹੜੀ ਸੀ ਨਾ, ਇਹ ਵੀ ਸਾਡੇ ਸੁਣਨ ਚ ਬਹੁਤ ਅੱਛੇ ਮੁੰਡੇ ਇਕੱਠੇ ਹੋਏ ਸਨ ਤੇ ਬਹੁਤ ਜਜ਼ਬਾਤੀ ਤੇ ਜੋਸ਼ ਵਾਲੇ ਸਨ। ਹਾਂਜੀ ਬਿਲਕੁਲ, ਇਹਨਾਂ ਨੇ ਪੂਰੇ ਜੋਸ਼ ਦੇ ਨਾਲ ਸੁਣਿਆ ਮੈਚ ਕਰਵਾਏ। ਹਾਂਜੀ ਬਿਲਕੁਲ। ਚਲੋ ਅੱਲਾਹ ਤਾਲਾ ਦੋਵਾਂ ਘਰਾਂ ਨੂੰ ਕਾਮਯਾਬੀ ਦੇਵੇ, 2027 ਦੇ ਵਿੱਚ ਵੀ ਦੋਵੇਂ ਘਰ ਅੱਛਾ ਸ਼ੌਕ ਕਰਵਾਉਣ। ਔਰ ਸਾਨੂੰ ਵੀ ਜ਼ਾਤੀ ਤੌਰ ਤੇ ਖੁਸ਼ੀ ਹੈ ਕਿ ਪਾਕਪਤਨ ਦੇ ਇਲਾਕੇ ਦੇ ਵਿੱਚ ਇੰਨੇ ਅੱਛੇ ਟੂਰਨਾਮੈਂਟ ਦਾ ਇਨਕਾਦ ਵੀ ਬੰਦੇ ਕਰਵਾ ਰਹੇ ਨੇ। ਤੇ ਔਰੰਗਜ਼ੇਬ ਸਾਹਿਬ ਤੇ ਅਸਰਾਰ ਬੋਦਲਾ ਸਾਹਿਬ ਦੋਵਾਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਜਿਹੜੇ ਉਹ ਆਵਾਮ ਨੂੰ ਏਡੀ ਅੱਛੀ ਤਫਰੀਹ ਦੇ ਰਹੇ ਨੇ। ਤੇ ਕਬੂਤਰਬਾਜ਼ੀ ਦੇ ਵਿੱਚ ਤੁਸੀਂ ਤਕਰੀਬਨ 16-17 ਸਾਲਾਂ ਤੋਂ ਹੀ ਗਏ? ਹਾਂਜੀ ਤਕਰੀਬਨ 17-18 ਸਾਲ ਹੋ ਗਏ। 17-18 ਸਾਲ ਹੋ ਗਏ। ਇਸ ਕਬੂਤਰਬਾਜ਼ੀ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਕੀ ਐਕਸਪੀਰੀਅੰਸ ਹਾਸਲ ਕੀਤਾ ਹੈ? ਕੀ ਚੀਜ਼ ਬੰਦੇ ਨੂੰ ਜਿਤਾਉਂਦੀ ਹੈ ਤੇ ਕੀ ਚੀਜ਼ ਹਰਾਉਂਦੀ ਹੈ? ਇਹ ਜੀ ਮੇਰਾ ਐਕਸਪੀਰੀਅੰਸ ਇਹ ਹੈ ਕਿ ਵੀ ਉਸਤਾਦਾਂ ਮਗਰ ਤੇ ਗੋਲੀਆਂ ਮਗਰ ਭੱਜਣ ਤੋਂ ਬਿਹਤਰ ਹੈ ਕਿ ਨਵੇਂ ਜਿਹੜੇ ਸ਼ੌਕੀਨ ਨੇ ਕਬੂਤਰ ਅੱਛੇ ਬਣਾਏ ਜਾਣ। ਅੱਛਾ, ਵੀ ਸਾਰਾ ਕਮਾਲ ਜੋ ਵੀ ਹੈ ਜੇ ਮਤਲਬ ਇਹ ਵੀ ਕਬੂਤਰ ਹੀ ਕਾਰਕਰਦਗੀ ਆ ਕੇ ਮੈਦਾਨ ਮਾਰਦਾ, ਉਸਤਾਦਾਂ ਸਤੂਦਾਂ ਦੇ ਮਗਰ ਭੱਜਣ ਦਾ ਐਵੇਂ ਬੇਵਕੂਫੀ। ਹਾਂਜੀ ਬਿਲਕੁਲ ਇਸੇ ਤਰ੍ਹਾਂ ਹੀ ਹੈ ਜੀ। ਸਭ ਕੁਝ ਹੋਈ ਕੋਈ ਬਹੁਤ ਅੱਛੀ ਗੱਲ ਹੈ, ਬਹੁਤ ਅੱਛਾ ਨਿਚੋੜ ਤੁਸੀਂ ਕੱਢਿਆ ਕਿ ਅੱਛਾ ਕਬੂਤਰ ਅੱਛਾ ਬਲਾਡੀ ਕੰਮ ਬੰਦੇ ਦਾ ਸਿਰ ਉੱਚਾ ਕਰਨਾ ਮੈਦਾਨ ਦੇ ਵਿੱਚ ਗੰਦੇ ਕਬੂਤਰਾਂ ਦਾ ਕੰਮ ਨਹੀਂ। ਉਸਤਾਦਾਂ ਨੇ ਐਵੇਂ ਢਕੋਸਲੇ ਹੀ ਨੇ। ਬਿਲਕੁਲ ਜੀ ਇਸੇ ਨਹੀਂ ਇਹ ਗੱਲ ਤੁਸੀਂ ਗਲਤ ਕਰ ਰਹੇ ਆ ਕਿ ਉਸਤਾਦਾਂ ਦੇ ਟਕੋਲੇ ਆ। ਇਸ ਲਈ ਇਹ ਤੇ ਗੱਲ ਤੁਸੀਂ ਬਿਲਕੁਲ ਗਲਤ ਕੀਤੀ ਆ। ਲੇਕਿਨ ਉਸਤਾਦ ਵੀ ਅੱਛਾ ਹੋਣਾ ਲਾਜ਼ਮੀ ਹੈ, ਅੱਛਾ ਹੋਣਾ ਲਾਜ਼ਮੀ, ਪਰ ਕਬੂਤਰ ਦਾ ਵੀ ਅੱਛਾ ਹੋਣਾ ਲਾਜ਼ਮੀ। ਮੈਂ ਤੁਹਾਡੀ ਇਹ ਗੱਲ ਦੇ ਵਿੱਚ ਨਾ ਮੈਂ ਤੁਹਾਨੂੰ ਇਹਦੀ ਵਜ਼ਾਹਤ ਦਿੰਦਾ। ਅਸਲ ਜਿਹੜੀ ਗੱਲ ਹੈ ਨਾ, ਅੱਛਾ ਕਬੂਤਰ ਹੀ ਮੈਂ ਕੀਤਾ। ਮੈਂ ਵੀ ਇਸ ਗੱਲ ਨੂੰ ਔਰ ਇਸ ਗੱਲ ਤੇ ਮੈਂ ਮੁਤਫਿਕ ਹਾਂ ਕਿ ਅੱਛਾ ਕਬੂਤਰ ਹੀ ਪ੍ਰਦਾਨ ਕੀਤਾ। ਉਹਦੀ ਮੈਂ ਤੁਹਾਨੂੰ ਅਸਲ ਗੱਲ ਦੱਸਣਾ, ਅਸਲ ਮਸਲਾ ਕੀ ਹੈ। ਵੇਖੋ, ਜਿਸ ਕਬੂਤਰ ਦੀ ਕਪੈਸਿਟੀ ਹੈ ਨਾ 11-12 ਘੰਟੇ ਉੱਡਣ ਦੀ, 45-46 ਟੈਂਪਰੇਚਰ 'ਚ 45-46 ਟੈਂਪਰੇਚਰ 'ਤੇ ਉਸੇ ਕਬੂਤਰ ਨੇ 11-12 ਘੰਟੇ ਉੱਡਣਾ ਜਿਹਦੀ ਉਹਦੀ ਕਪੈਸਿਟੀ ਹੈ। ਜਿਹਦੀ ਕਪੈਸਿਟੀ ਨਹੀਂ ਹੈ ਨਾ ਉਹਨੂੰ ਕੋਈ ਵੀ ਉਸਤਾਦ ਉਹਨਾਂ ਨੇ ਢਾ ਸਕਦਾ। ਉਸਤਾਦ ਤਾਂ ਜਿਹੜਾ ਇਹਦੇ 'ਚ ਬੋਲ ਹੈ ਨਾ ਉਹ ਇਹ ਹੈ, ਕਬੂਤਰ ਆਪਦੇ ਆਪ ਆਪਣੀ ਪੂਰੀ ਕਪੈਸਿਟੀ ਦੇ ਮੁਤਾਬਕ ਨਹੀਂ ਉੱਡਦਾ। ਮਤਲਬ ਅਗਰ ਉਹਦੀ 10 ਘੰਟੇ ਦੀ ਕਪੈਸਿਟੀ ਨਾ ਉੱਡਣ ਦੀ, ਉਹ ਆਪਦੀ ਮਰਜ਼ੀ ਦੇ ਨਾਲ 6 ਘੰਟੇ ਜਾਂ 7 ਘੰਟੇ ਉੱਡ ਜਾਏਗਾ, 3 ਘੰਟੇ ਦੀ ਪਰਵਾਹ ਲੈ ਕੇ ਬਦਲ। ਉਸਤਾਦ ਦਾ ਕੰਮ ਜਿਹੜਾ ਉਹ 3 ਘੰਟੇ ਪਰਵਾਹ ਲੈ ਕੇ ਬਹਿੰਦਾ ਹੈ ਨਾ, ਉਹਦੇ ਵਿੱਚੋਂ ਘੰਟਾ ਡੇਢ 2 ਕਬੂਤਰ ਕੋਲ ਲੈਣੇ, ਉਹ ਉਸਤਾਦ ਦਾ ਕੰਮ। ਹਾਂਜੀ ਇਹ ਸਾਡੀ ਹੈ ਬਿਲਕੁਲ ਸਹੀ ਗੱਲ। ਬਾਕੀ ਕਬੂਤਰ ਲੇਕਿਨ ਉੱਡਣਾ ਕਬੂਤਰ ਨੇ ਬਿਲਕੁਲ ਮੈਂ ਛੋਟੀ ਗੱਲ ਤੋਂ ਜਿਹੜਾ ਨਾ ਇਤਫਾਕ ਕਰਨਾ, ਕਬੂਤਰ ਨੇ ਉੱਡਣਾ ਆਪਣੀ ਕਪੈਸਿਟੀ ਦੇ ਮੁਤਾਬਕ ਹੀ ਹੁੰਦਾ। ਜਿਹੜਾ ਕਬੂਤਰ 4 ਘੰਟੇ ਵਾਲਾ ਨਾ, ਉਹਨੂੰ ਕੋਈ ਵੀ ਜਿਹਦੀ ਕਪੈਸਿਟੀ 4 ਘੰਟੇ ਦੀ, ਉਹਨੂੰ ਕੋਈ ਵੀ ਉਹਨੇ ਟੈਂਪਰੇਚਰ 'ਚ 8 ਜਾਂ 10-9 ਘੰਟੇ ਦੀ ਬਿਲਕੁਲ ਜਾਏਗਾ।
ਅੱਛੇ ਕਬੂਤਰ ਦਾ ਹੀ ਤੇ ਕਮਾਲ ਤਮਾਮ ਕਾਰਨ ਉਸਤਾਦ ਜੀ ਗੱਲ ਇਹ ਆ, ਤੁਸੀਂ ਗੱਲ ਕਰ ਰਹੇ ਹੋ ਕਿ ਉਸਤਾਦ ਦਾ ਅੱਛਾ ਹੋਣਾ ਨਹੀਂ ਇੰਨਾ ਅੱਛਾ, ਕਬੂਤਰ ਦਾ ਅੱਛਾ ਹੋਣਾ ਲਾਜ਼ਮੀ ਆ। ਹਾਂ। ਕਬੂਤਰ ਗੇੜਿਆਂ ਦੇ 5 ਵਜੇ ਬਹਿੰਦਾ ਹਾਂ ਤੇ ਸਾਡੇ ਵਰਗਾ ਕੋਈ ਉਸਤਾਦ ਚਲਾ ਜਾਂਦਾ, ਉਹਨੂੰ ਛੱਡਦਾ 1 ਵਜੇ ਉਹ ਕੁੱਟ ਖਾਣ ਲੱਗ ਜਾਂਦਾ, 3 ਵਜੇ ਹਾਰ ਵੀ ਜਾਂਦਾ, ਮਰ ਵੀ ਜਾਂਦਾ। ਅੱਛਾ ਉਹਦਾ ਕੀ ਬੈਨੀਫਿਟ ਹੁੰਦਾ? ਕਿਸ ਚੀਜ਼ ਤੇ ਦੇਖਿਆ ਜਾਂਦਾ? ਕਬੂਤਰ ਜੀ ਅੱਛੇ ਨਹੀਂ ਉਹ ਉਸਤਾਦ ਜੀ ਨਹੀਂ ਦੇਖੋ ਨਾ ਜੀ ਵੀ ਉਹ 5 ਵਜੇ ਦੇ ਬਗੈਰ ਉਸਤਾਦ ਤੋਂ ਬੈਠਾ, ਹਾਂ ਤੇ ਉਸ ਉਸਤਾਦ ਤੱਕ ਦੀ ਕਪੈਸਿਟੀ ਹੈ ਜੀ। ਉਹ ਉਸਤਾਦ ਜਾ ਕੇ ਛੱਡਦਾ 1 ਵਜੇ ਕੁੱਟ ਖਾਣ ਲੱਗ ਜਾਂਦਾ, 3 ਵਜੇ ਉਹ ਹਾਰ ਵੀ ਜਾਂਦਾ ਤੇ ਮਰ ਵੀ ਜਾਂਦਾ। ਉਹਦੀ ਵਜ੍ਹਾ ਕੀ ਆ? ਉਹਨੂੰ ਕਿਵੇਂ ਛੱਡਣਾ ਚਾਹੀਦਾ? ਦੇਖੋ ਨਾ ਸਾਰੇ ਤਾਂ ਗੱਲ ਆ ਗਈ ਇਹ ਸ਼ਿਕਾਰ ਦੇ ਉੱਤੇ। ਹਾਂਜੀ। ਕਬੂਤਰ ਨੂੰ ਛੱਡਣਾ ਕਿਵੇਂ ਚਾਹੀਦਾ? ਨਹੀਂ, ਤੁਸੀਂ ਤੇ ਉਹ ਗੱਲ ਕੀਤੀ ਵੀ ਉਸਤਾਦ ਅੱਛਾ ਹੋਣਾ ਨਹੀਂ ਚਾਹੀਦਾ, ਕਬੂਤਰ ਅੱਛਾ ਹੋਣਾ ਚਾਹੀਦਾ। ਨਹੀਂ ਅਸੀਂ ਇਹ ਗੱਲ ਨਹੀਂ ਕਰ ਰਹੇ ਕਿ ਉਸਤਾਦ ਅੱਛਾ ਨਹੀਂ ਹੋਣਾ ਚਾਹੀਦਾ। ਅਸੀਂ ਗੱਲ ਇਹ ਮੈਂ ਤੁਹਾਨੂੰ ਨਿਚੋੜ ਇਹ ਦੱਸਿਆ ਹੈ ਕਿ ਕਬੂਤਰ ਦੀ 10 ਘੰਟੇ ਉੱਡਣ ਦੀ ਕਪੈਸਿਟੀ ਹੈ, ਜੋ ਆਪਦੀ ਮਰਜ਼ੀ ਨਾਲ 6 ਘੰਟੇ ਉੱਡੇਗਾ, 4 ਘੰਟੇ ਉਹ ਲੈ ਕੇ ਬਹਿ ਜਾਏਗਾ। ਬਹਿ ਜੇ। ਉਹ ਜਿਹੜੇ 4 ਘੰਟੇ ਲੈ ਕੇ ਬੈਠਾ ਹੈ ਉਹਦੇ ਵਿੱਚੋਂ 1.5-2 ਘੰਟੇ ਉਹਨੂੰ ਮਜ਼ੀਦ ਇਜ਼ਾਫੀ ਉਡਾਉਣ ਵਾਸਤੇ ਇੱਕ ਅੱਛੇ ਉਸਤਾਦ ਦੀ ਜ਼ਰੂਰਤ ਹੈ। ਉਹ ਜਿਹੜੇ ਉਹ 1.5-2 ਘੰਟੇ ਜਾਂ 3 ਘੰਟੇ ਉਹਨੂੰ ਮਜ਼ੀਦ ਹੋਰ ਉਡਾਉਣਾ ਹੈ ਨਾ, ਗੱਲ ਇਹ ਕਬੂਤਰ ਉੱਡਣਾ ਆਪਣੀ ਕਪੈਸਿਟੀ ਦੇ ਮੁਤਾਬਕ ਹੈ ਜਿੰਨੀ ਇਹ ਇਹਦੀ ਹੈ। ਕਬੂਤਰ ਸਾਡੇ ਕੋਲੇ ਆ, ਉਹ ਅਸੀਂ ਵਾਰੀ ਛੱਡਦੇ ਆ 5 ਵਜੇ ਬਹਿੰਦਾ, ਹਾਂ। 5:30 ਵਜੇ ਬਹਿੰਦਾ। ਹਾਂ। ਕਿਆ ਉਹ ਗਰਮ ਕਰਨ ਦਾ ਮਹਤਾਜ ਆ ਜਾਂ ਉਹ ਗੋਲੀ ਦਾ ਮਹਤਾਜ ਆ? ਨਹੀਂ ਨਾ ਉਹ ਗੋਲੀ ਦਾ ਮਤਾਜ ਹੈ, ਤੇ ਅਗਰ ਉਹ ਥਕਾਵਟ ਮਹਿਸੂਸ ਕਰ ਰਿਹਾ ਹੈ ਤੇ ਉਸ ਨੂੰ ਤੁਸੀਂ ਮਾੜਾ ਮੋਟਾ ਗਰਮ ਕਰ ਸਕਦੇ ਹੋ। ਨਹੀਂ, ਗਰਮ ਕਰਦੇ ਆ ਤੇ ਉਹ 1 ਵਜੇ ਕੁੱਟ ਖਾਣ ਲੱਗ ਜਾਂਦਾ, 2:30 ਨਹੀਂ ਐਵੇਂ ਫਿਰ ਉਹ ਉਦੋਂ ਬੰਦਾ ਜਿਹੜਾ ਉਹ ਇਸ ਤਰ੍ਹਾਂ ਗਰਮ ਕਰਦਾ ਉਸਤਾਦ ਉਸਤਾਦ ਦਾ ਹੱਥ ਤੋਂ ਖਰਾਬ ਹੋਇਆ ਨਹੀਂ ਨਾ ਉਹ ਕੋਈ ਗਰਮ ਤਰੀਕੇ ਕਰਦਾ ਨਾਲ ਨਹੀਂ ਨਾ ਗਰਮ ਕਰਨ ਦਾ ਉਹ ਜਿਹੜਾ ਕਬੂਤਰ 5-5:30 ਵਜੇ ਤੱਕ ਉੱਡ ਰਿਹਾ ਨਾ ਜੀ, ਉਹਨੂੰ ਕੋਈ ਉਹ ਗਾਲਾ ਸ਼ਾਲਾ ਕੋ ਗਰਮ ਚੀਜ਼ਾਂ ਦਿੰਦੇ ਹੁੰਦੇ ਆ, ਹਾਂਜੀ, ਜਿਸ ਵਕਤ ਉਹ ਇੰਨੀ ਪ੍ਰਵਾਹ ਕਰ ਰਿਹਾ। ਹਾਂ। ਜੀ, ਬਿਲਕੁਲ। ਅਗਰ ਉਹਨੂੰ ਮਜ਼ੀਦ ਗਰਮ ਕਰਾਂਗੇ ਤੇ ਉਹ ਮਜ਼ੀਦ ਪ੍ਰਵਾਹ ਘਟਾ ਦੇਗਾ। ਜੀ। ਜਿਸ ਤਰੀਕੇ ਨਾਲ ਉਹ ਛੱਡਦੇ ਪਏ ਆ ਉਸੇ ਤਰੀਕੇ ਨਾਲ ਛੱਡਣ। ਅਗਰ 5:30 ਵਜੇ ਬਹਿੰਦਾ ਪਿਆ ਨਾ, ਉਹਨੂੰ ਘੰਟਾ ਅੱਧਾ ਘੰਟਾ ਕਰਨਾ ਕੋਈ ਔਖਾ ਨਹੀਂ। ਹਾਂਜੀ ਅਗਰ ਉਹਨੂੰ ਕੋਈ ਵੀ ਕੰਮ ਕਰਾਂਗੇ ਉਹਦੇ ਨਾਲ ਉਹਨੇ ਪ੍ਰਵਾਹ ਘਟਾਉਣੀ ਆ, ਵਧਾਉਣੀ ਆ। ਨਹੀਂ ਦੇਖੋ ਨਾ ਜੀ, ਜੇਕਰ ਤੁਸੀਂ ਸ਼ਿਕਾਰ ਦੇ ਵਿੱਚ ਗੱਲ ਕਰੋ ਨਾ, ਇੱਕ ਕਬੂਤਰ ਹੈ, ਤੁਸੀਂ ਹੁਣ ਆਪ ਖੁਦ ਗੱਲ ਕੀਤੀ ਵੀ ਉਹ ਗਾਲਾ ਛਾਲਾ ਖਾ ਰਿਹਾ ਤੇ ਉਹ 5 ਵਜੇ ਤੱਕ ਉੱਡ ਗਿਆ। ਹਾਂਜੀ, ਹਾਂਜੀ। ਇੱਕ ਗੱਲ ਇਹ ਕਿ ਇੱਕ ਕਬੂਤਰ ਆਦੇ ਆਪ ਸਾਦੀ ਖੁਰਾਕ ਦੇ ਬਦਾਮਾਂ ਦੇ 5 ਵਜੇ ਤੱਕ ਉੱਡ ਨਹੀਂ, ਕੋਈ ਨਾ ਕੋਈ ਚੀਜ਼ ਤੇ ਦੇ ਰਹੇ ਹੁੰਦੇ ਨੇ ਜਿਹੜੇ ਨਹੀਂ ਪ੍ਰਵਾਹ ਕਰ ਰਹੇ ਨਹੀਂ ਕਬੂਤਰ ਸਾਦੇ ਵੀ ਉੱਡਦੇ ਨੇ। ਇਹ ਗੱਲ ਛੱਡ ਦਿਓ, ਬਗੈਰ ਗਾਲਿਆਂ ਤੋਂ ਕਬੂਤਰ 5 ਵਜੇ ਤੱਕ ਨਹੀਂ ਜਾਂਦੇ। ਕਬੂਤਰ ਸਾਦੇ ਬਦਾਮਾਂ ਤੇ ਸਾਦੀਆਂ ਸਾਂਭਾਂ ਦੇ ਵੀ ਸ਼ਾਮਾਂ ਤੱਕ ਜਾਂਦੇ ਨੇ। ਇੱਕ ਕਬੂਤਰ ਜਿਹੜਾ ਗਾਲੇ ਗੂਲੇ ਲੈ ਕੇ ਉੱਡ ਰਿਹਾ ਨਾ, ਜੋ ਇਹ ਟਾਈਮ ਕਰ ਰਿਹਾ, ਉਹਨੂੰ ਅਗਰ ਤੁਹਾਨੂੰ ਛੱਡਣਾ ਪਵੇ ਨਾ, ਮਤਲਬ ਆਏ ਨੂੰ ਤੁਸੀਂ ਉਹਨੂੰ ਪਹਿਲੀ ਕਿਰਤਾਂ ਦੇ ਵਿੱਚ ਗਰਮ ਗਾਲਾ ਦੇ ਰਿਹਾ ਜੀ, ਉਹਦੇ ਨਾਲ ਉਹ ਉਸ ਟਾਈਮ ਤੱਕ ਜਾ ਰਿਹਾ, ਉਸ ਕਬੂਤਰ ਨੂੰ ਸੁਬਾਹ ਟਾਈਮ ਬੰਦੀ ਵਾਲੇ ਨੂੰ ਪਹਿਲੇ ਤੁਸੀਂ ਉਹਨੂੰ ਖਾਓ, ਉਸ ਨੂੰ ਮੋਢੇ ਉੱਤੇ ਲੈ ਤੁਸੀਂ ਉਹਨੂੰ ਗਾਲਾ ਦਿੱਤਾ ਹੈ ਰੂਟੀਨ ਵਾਲਾ ਗਰਮ। ਹਾਂਜੀ। ਤੁਸੀਂ ਰੂਟੀਨ ਵਾਲਾ ਗਰਮ ਉਹਨੂੰ ਗਾਲਾ ਦਿੱਤਾ ਹੈ, ਉਸ ਨੂੰ ਮਜ਼ੀਦ ਤੁਸੀਂ ਉਹ ਗਾਲੇ ਨਾਲ 5 ਵਜੇ ਤੱਕ ਜਾਂਦਾ, ਟੋਡੀ ਡਿਮਾਂਡ ਇਹਨੂੰ 7 ਵਜੇ ਤੱਕ ਡਿਮਾਂਡ। ਤੁਸੀਂ ਫਿਰ ਉਸ ਕਬੂਤਰ ਨੂੰ ਬੰਦੀ ਵਾਲੇ ਦਿਨ ਸੁਬਾਹ ਟਾਈਮ ਖਾਓ, ਪਤਲਾ ਆ ਕਿਸ ਚੀਜ਼ ਨਾਲ ਠਾਲਣਾ ਚਾਹੀਦਾ? ਹਾਂਜੀ, ਆਹ ਸਵਾਲ ਨੂੰ ਕਰੋ। ਇਹ ਕਈ ਚੀਜ਼ਾਂ ਨੇ। ਹੁਣ ਮੈਂ ਤੁਹਾਨੂੰ ਆਪਦੀ ਪਸੰਦੀਦਾ ਚੀਜ਼ ਦੱਸਾਂ, ਆਪਣੀ ਆਪਣੀ ਮੁਸ਼ਕਿਲ ਨਹੀਂ, ਆਪਣੀ ਪਸੰਦ ਜਿਹੜੀ ਕਰਦੇ ਹੋ। ਦੇਖੋ ਜਿਹੜਾ ਕਬੂਤਰ ਟੈਂਪਰੇਚਰ ਦੇ ਵਿੱਚ ਲੰਮੀਆਂ ਪ੍ਰਵਾਦਾਂ ਦੇ ਰਿਹਾ, ਉਸ ਕਬੂਤਰ ਨੂੰ ਅਗਰ ਮੈਂ ਖਾਰ ਕੇ ਛੱਡਾਂਗਾ ਨਾ, ਤੇ ਮੈਂ ਇਕੱਲਾ ਦਹੀਂ ਵਿੱਚ ਜਿਹੜਾ ਪਾਣੀ ਨਹੀਂ ਆਏਗਾ, 10 cc ਪਾਣੀ ਦੇਵਾਂਗਾ, ਮਾਚਿਸ ਦੇ ਮਸਾਲੇ ਜਿਹਨਾਂ ਉਹਦੇ ਵਿੱਚ ਨਮਕ ਪਾਵਾਂਗਾ, ਸੁਬਾਹ ਖਾਲੀ ਪੇਟ ਤੇ ਕਬੂਤਰ ਨੂੰ ਪਾਣੀ ਦੇ ਕੇ ਪਿੱਛੇ ਠਾਲ ਦਾਂਗਾ, 2 ਘੰਟੇ ਬਾਅਦ ਛਾਵੇਂ ਕਰਕੇ ਘੰਟਾ ਉਹ ਠੰਡਾ ਪਿਆ ਰਹੇ, ਘੰਟੇ ਬਾਅਦ ਉਹਨੂੰ ਪਲਟ ਕੇ ਬਦਾਮ ਦੇ ਕੇ ਫਿਰ ਦੁਬਾਰਾ ਰਾਤ ਨੂੰ ਕਰਦਾ। ਇਹ ਉਸਤਾਦ ਹੋਣ ਦਾ ਮੌਕਫ ਆ ਕਿ ਜਿਹੜਾ ਦਹੀਂ ਦੇਈਦਾ ਨਾ ਜੀ, ਬਾਅਦ ਟਾਈਮ ਉਹ ਅੰਦਰ ਛੱਟੀਆਂ ਵੀ ਬਣ ਜਾਂਦੀਆਂ ਨੇ। ਪਲਟਾਉਣਾ ਲਾਜ਼ਮੀ ਆ। ਦਹੀਂ ਨਹੀਂ ਦੇਣਾ, ਦਹੀਂ ਦਾ ਪਾਣੀ ਜਿਹੜਾ ਦਿੰਦੇ ਆ ਉਹ ਵੀ ਛੱਟੀਆਂ ਬਣ ਜਾਂਦੀਆਂ। ਲੇਕਿਨ ਪੋਟੇ ਦੇ ਵਿੱਚ ਜਦੋਂ 2-2.5 ਘੰਟੇ ਬਾਅਦ ਤੁਸੀਂ ਦੇਖਦੇ ਹਿਲਾ ਕੇ ਵੀ ਇਹਦੇ ਪੋਟੇ 'ਚ ਪਾਣੀ ਨਹੀਂ ਹੈਗਾ, ਉਹਨੂੰ ਮਜ਼ੀਦ ਇੱਕ ਦਫਾ ਲਾਜ਼ਮੀ ਪਲਟਾਉਣ ਤੋਂ ਬਾਅਦ ਰੈਸਟ ਦੇ। ਪਲਟਾਉਣ ਤੋਂ ਬਾਅਦ ਰੈਸਟ। ਫਿਰ ਰਾਤ ਨੂੰ ਗਰਮ ਕਰਾਂਗਾ ਮੈਂ ਉਸ ਕਬੂਤਰ ਨੂੰ, ਫਿਰ ਪ੍ਰਵਾਹ ਨਹੀਂ ਕਰਾਂਗਾ ਟੈਂਪਰੇਚਰ ਦੇ ਮੁਤਾਬਕ ਜਿੰਨਾ ਕੁ ਸੁਬਾ ਟੈਂਪਰੇਚਰ ਹੈ, ਫਿਰ ਉਸ ਕਬੂਤਰ ਨੂੰ ਆਖੀ ਵੀ ਉਹ ਪ੍ਰਵਾਹ ਘਟਾ ਦੇ। ਫਿਰ ਪ੍ਰਵਾਹ ਉਹ ਘਟਾ ਨਹੀਂ ਸਕਦਾ। ਅਗਰ ਉਹਨੂੰ ਤੁਸੀਂ ਠਾਰੋਗੇ ਨਹੀਂ, ਕੱਲਾ ਗਰਮ ਕਰੋਗੇ, ਉਹ ਗਰਮ ਉੱਡ ਰਿਹਾ ਹੁੰਦਾ, ਉਹ ਮਜ਼ੀਦ ਪ੍ਰਵਾਹ ਘਟਾਉਣ ਕੇ ਬਹਿ ਜਾਏਗਾ। ਚਲੋ ਜੀ, ਮਾਸ਼ਾਅੱਲਾ ਜੀ, उस्ताद साहब ने बहुत अच्छी टिप दसी है जी। खालिद महमूद की के आप बुरे वाला हम बनेंगे आप दोस्तों की आवाज़। अल्लाह हाफ़िज़।